ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਡੰਡੌਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ। ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਜੁਗਹੁ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਦੇ ਸਦਕਾ ਜੋ ਅੱਜ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੀ ਲੜੀਵਾਰ ਕਥਾ ਪ੍ਰਾਰੰਭ ਕਰਨ ਲੱਗੇ ਹਾਂ। ਹਾਲਾਂਕਿ ਦਾਸ ਦੇ ਵੱਲੋਂ ਪਹਿਲਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਚੱਲ ਰਹੀ ਹੈ, ਪਰ ਉਹ ਥੋੜ੍ਹੀ ਜਿਹੀ ਆਪਾਂ ਡਿਟੇਲ ਦੇ ਵਿੱਚ ਕਰ ਰਹੇ ਹਾਂ। ਬਹੁਤੀ ਵੀ ਡਿਟੇਲ ਭਾਵੇਂ ਨਹੀਂ ਦੇ ਰਹੇ, ਪਰ ਉਹ ਕੇਵਲ ਅੱਖਰੀ ਅਰਥ ਨਹੀਂ ਹੈਗੇ, ਉਹਦੇ ਭਾਵ ਅਰਥਾਂ 'ਤੇ ਆਪਾਂ ਥੋੜ੍ਹਾ ਸਮਾਂ ਦਿੰਦੇ ਹਾਂ। ਇਸ ਕਰਕੇ ਉਹ ਕਥਾ ਜਿਹੜੀ ਆਪਾਂ ਇਕੱਲੀ ਇਕੱਲੀ ਪੌੜੀ ਦੀ, ਕਈ ਵਾਰੀ 4-4 ਤੁਕਾਂ ਦੀ ਵੀ ਕਰਦੇ ਹਾਂ, ਅੱਧੇ ਘੰਟੇ ਦੇ ਵਿੱਚ ਇੱਕ ਇੱਕ ਸ਼ਬਦ ਦੀ ਕਰਦੇ ਹਾਂ। ਤੋ ਇਸ ਕਰਕੇ ਉਸ ਕਥਾ ਨੂੰ ਥੋੜ੍ਹਾ ਸਮਾਂ ਲੱਗ ਸਕਦਾ ਹੈ। ਵਾਹਿਗੁਰੂ ਜੀ ਜਾਣਨ ਕਿ ਉਹ ਕਦੋਂ ਸੰਪੂਰਨ ਕਰਾਉਣ, ਜ਼ਿੰਦਗੀ ਰਹੀ ਤਾਂ। ਤੋ ਇਸ ਕਰਕੇ ਇਹ ਹੁਕਮ ਹੋਇਆ ਕਿ ਆਪਾਂ ਲੜੀਵਾਰ ਜਿਹੜੀ ਕਥਾ ਸਿਰਫ ਅੱਖਰੀ ਅਰਥ, ਬਿਲਕੁਲ ਸੰਖੇਪ ਅਰਥ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਕਰੀਏ, ਔਰ ਜਿਹੜੀ ਲਗਾਤਾਰ ਔਰ ਕੁਝ ਸਾਲਾਂ ਦੇ ਵਿੱਚ ਹੀ ਸੰਪੂਰਨ ਹੋ ਜਾਵੇ। ਇਸ ਕਰਕੇ ਉਸ ਹੁਕਮ ਦੇ ਅਧੀਨ ਚੱਲਦਿਆਂ ਆਪਾਂ ਸਤਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਹੁਕਮਨਾਮਾ ਸਾਹਿਬ ਲੈ ਕਰਕੇ ਫਿਰ ਹੁਣ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਕਥਾ ਪ੍ਰਾਰੰਭ ਕਰਨ ਲੱਗੇ ਹਾਂ। ਅਤੇ ਇਹ ਮੈਂ ਕਹਿ ਦਿਆਂ ਵੀ ਆਪਾਂ ਬਹੁਤੀ ਡਿਟੇਲ ਵਿੱਚ ਨਹੀਂ ਜਾਇਆ ਕਰਾਂਗੇ। ਟੂਕ ਮਾਤਰ ਜਿਹੜੇ ਥੋੜ੍ਹੇ ਜਿਹੇ ਭਾਵ ਜ਼ਰੂਰ ਸਪਸ਼ਟ ਕਰ ਦਿਆ ਕਰਾਂਗੇ। ਜਿੱਥੇ ਲੋੜ ਜਾਪੀ ਵੀ ਇਕੱਲੇ ਅੱਖਰੀ ਅਰਥ ਦੇ ਨਾਲ ਗੱਲ ਨਹੀਂ ਬਣਨੀ, ਥੋੜ੍ਹਾ ਜਿਹਾ ਭਾਵ ਦੱਸਣਾ ਪੈਣਾ ਹੈ, ਉੱਥੇ ਭਾਵ ਜ਼ਰੂਰ ਥੋੜ੍ਹਾ ਜਿਹਾ ਟੂਕ ਮਾਤਰ ਦੱਸ ਦਿਆ ਕਰਾਂਗੇ। ਪਰ ਜ਼ਿਆਦਾਤਰ ਜਿਹੜੀ ਗੁਰਬਾਣੀ ਹੈ ਉਹ ਆਪਾਂ ਲੜੀਵਾਰ ਜਿਹੜੀ ਆ ਉਹ ਅੱਖਰੀ ਅਰਥ ਹੀ ਕਰਾਂਗੇ। ਸਤ ਸੰਗਤ ਸ਼ਬਦੀ ਅਰਥ ਕਰਦੇ ਹਾਂ ਜਿਹੜੀ ਇਹ ਕਥਾ ਜਿਹੜੀ ਆਪਾਂ ਕਰਨੀ ਹੈ ਸਤਿਗੁਰੂ ਜੀ ਦੀ ਰਹਿਮਤ ਦੇ ਸਦਕਾ। ਆਓ ਜਿੰਨੇ ਵੀ ਆਪਾਂ ਜੁੜ ਬੈਠੇ ਹਾਂ, ਭਾਵੇਂ ਸਰੀਰਾਂ ਕਰਕੇ ਇੱਥੇ ਜੁੜੇ ਹਾਂ, ਭਾਵੇਂ ਕੋਈ ਸੋਸ਼ਲ ਮੀਡੀਆ ਦੇ ਰਾਹੀਂ ਦਾਸ ਦੇ ਚੈਨਲ ਸ਼ਾਗਿਰਦੇ ਗੁਰੂ ਨਾਨਕ ਉਸ ਚੈਨਲ ਦੇ ਰਾਹੀਂ ਇਸ ਕਥਾ ਨੂੰ ਸਰਵਣ ਕਰ ਰਹੇ ਹੋ, ਆਓ ਆਪਣੀ ਸੁਰਤ ਟਿਕਾਈਏ। ਔਰ ਸਤਿਗੁਰਾਂ ਨੇ ਬਹੁਤ ਪਿਆਰੀ ਫਤਿਹ ਸਾਨੂੰ ਬਖਸ਼ੀ ਹੈ। ਸਤਿਗੁਰਾਂ ਦੇ ਚਰਨਾਂ 'ਤੇ ਅਰਦਾਸ ਕਰਕੇ ਕਿ ਸਤਿਗੁਰੂ ਜੀ ਆਪ ਹੀ ਕਿਰਪਾ ਕਰਕੇ ਇਹ ਕਥਾ ਕਰਾ ਲੈਣਾ। ਸਾਡੇ ਕੋਲ ਕੋਈ ਸਮਰੱਥਾ ਨਹੀਂ ਆਪ ਜੀ ਦੇ ਬਾਰੇ ਕੁਝ ਕਹਿ ਸਕੀਏ, ਆਪ ਜੀ ਨੂੰ ਕਥਨ ਕਰ ਸਕੀਏ। ਆਪ ਹੀ ਹੋ ਜੋ ਇਹ ਕਥਾ ਕਰਾ ਸਕਦੇ ਹੋ। ਕਿਰਪਾ ਕਰਕੇ ਆਪ ਹੀ ਵਿੱਚ ਵਰਤ ਕੇ ਆਨੰਦ ਬਖਸ਼ ਕੇ ਰਸ ਬਖਸ਼ ਕੇ ਕਿਰਪਾ ਕਰਕੇ ਕਥਾ ਕਰਾ ਲੈਣਾ। ਪਿਆਰੀ ਫਤਿਹ ਦੇ ਵਿੱਚ ਸਾਰੇ ਹਾਜ਼ਰੀ ਭਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਇਹ ਰੱਬੀ ਬੋਲ ਹਨ। ਇਹ ਧਿਆਨ ਰੱਖਿਓ ਸਾਧ ਸੰਗਤ। ਹਾਲਾਂਕਿ ਆਪਾਂ ਇਸ ਤੋਂ ਬਾਅਦ ਅੱਖਰੀ ਅਰਥ ਹੀ ਕਰਨੇ ਨੇ, ਪਰ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਪ੍ਰਾਰੰਭ ਕਰਨੀ ਹੈ,
ਇਸ ਕਰਕੇ ਥੋੜ੍ਹੀ ਜਿਹੀ ਭੂਮਿਕਾ ਮੈਂ ਸੰਖੇਪ ਰੂਪ ਦੇ ਵਿੱਚ ਜ਼ਰੂਰ ਆਪ ਜੀ ਦੇ ਸਾਹਮਣੇ ਰੱਖਣੀ ਚਾਹੁੰਦਾ। ਹਾਲਾਂਕਿ ਪਹਿਲਾਂ ਵੀ ਆਪਾਂ ਕਈ ਵਾਰ ਇਹ ਬੇਨਤੀਆਂ ਡਿਟੇਲ ਦੇ ਵਿੱਚ ਕਰ ਚੁੱਕੇ ਹਾਂ, ਤੋ ਅੱਜ ਆਪਾਂ ਪੂਰੀ ਡਿਟੇਲ ਤਾਂ ਨਹੀਂ ਕਰਨੀ, ਪਰ ਸੰਖੇਪ ਰੂਪ ਦੇ ਵਿੱਚ ਇਹ ਭੂਮਿਕਾ ਆਪ ਜੀ ਦੇ ਸਨਮੁਖ ਰੱਖਣੀ ਚਾਹੁੰਦਾ ਹਾਂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜੋ ਬਾਣੀ ਹੈ, ਇਹ ਰੱਬੀ ਬੋਲ ਨੇ। ਇਹ ਭਾਵਨਾ, ਇਹ ਸ਼ਰਧਾ ਦੇ ਨਾਲ ਆਪਾਂ ਗੁਰਬਾਣੀ ਦਾ ਪਾਠ ਕਰਨਾ ਔਰ ਸਰਵਣ ਕਰਨਾ ਹੈ, ਕਿਉਂਕਿ ਸਤਿਗੁਰਾਂ ਨੇ ਆਪ ਹੀ ਗੁਰਬਾਣੀ ਦੇ ਵਿੱਚ ਇਹ ਬਚਨ ਕੀਤਾ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਗੁਰੂ ਨਾਨਕ ਸਾਹਿਬ ਕਹਿੰਦੇ, ਹੇ ਲਾਲੋ, ਜਿਵੇਂ ਖਸਮ ਦੇ ਬੋਲ ਆ ਰਹੇ ਨੇ, ਮੈਂ ਉਵੇਂ ਹੀ ਬਿਆਨ ਕਰਦਾ ਪਿਆ ਹਾਂ। ਬੇਸਮਾਰ ਅਥਾਹ ਅਗਣਤ ਅਤੁੱਲੈ, ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ। ਜਿਵੇਂ ਪਰਮਾਤਮਾ ਬੁਲਾਉਂਦਾ ਹੈ, ਮੈਂ ਉਵੇਂ ਹੀ ਬੋਲਦਾ ਪਿਆ। ਇਹ ਧਿਆਨ ਰੱਖਿਓ ਸਾਧ ਸੰਗਤ। ਜਦੋਂ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤਾ ਕਿ ਕਵਨ ਮੂਲ ਕਵਨ ਮਤ ਵੇਲਾ, ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ, ਤੇ ਸਤਿਗੁਰਾਂ ਨੇ ਜਵਾਬ ਦਿੱਤਾ, ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਗੁਰੂ ਨਾਨਕ ਸਾਹਿਬ ਕਹਿੰਦੇ ਸਾਡਾ ਗੁਰੂ ਸ਼ਬਦ ਹੈ ਤੇ ਚੇਲਾ ਜੋ ਹੈ ਉਹ ਸਾਡੀ ਸੁਰਤ ਹੈ। ਹੁਣ ਚੇਲਾ ਸੁਰਤ ਹੈ, ਗੁਰੂ ਸ਼ਬਦ ਹੈ, ਤੇ ਭਾਵੇਂ ਇਹ ਆਪਾਂ ਡਿਟੇਲ ਦੇ ਵਿੱਚ ਕਰ ਚੁੱਕੇ ਹਾਂ ਇਹਦੀ ਵਿਆਖਿਆ ਵੀ ਸ਼ਬਦ ਗੁਰੂ ਦਾ ਅਰਥ ਕੀ ਹੈ, ਪਰ ਮੈਂ ਟੂਕ ਮਾਤਰ ਇੱਥੇ ਵੀ ਅਰਜ਼ ਕਰਦੇ ਹਾਂ। ਸ਼ਬਦ ਕੀ ਹੈ? ਸ਼ਬਦ ਨਿਰੋਲ ਪਰਮਾਤਮਾ ਦੀ ਆਵਾਜ਼ ਹੈ, ਜਿਹੜੀ ਜ਼ਰੇ ਜ਼ਰੇ ਦੇ ਵਿੱਚ ਘਟ ਘਟ ਦੇ ਵਿੱਚ ਲਗਾਤਾਰ ਚੱਲ ਰਹੀ ਹੈ। ਸਾਡੇ ਅੰਦਰ ਵੀ ਚੱਲ ਰਹੀ ਹੈ, ਬਾਹਰ ਵੀ ਚੱਲ ਰਹੀ ਹੈ। ਪਰਮਾਤਮਾ ਤੋਂ ਲਗਾਤਾਰ ਇੱਕ ਆਵਾਜ਼ ਆ ਰਹੀ ਹੈ। ਦੋ ਕਿਸਮ ਦੀਆਂ ਆਵਾਜ਼ਾਂ ਨੇ। ਇੱਕ ਆਵਾਜ਼ ਜਿਹਨੂੰ ਆਪਾਂ ਪਦਾਰਥਕ ਕਹਿ ਦਈਏ, ਜਿਹਨੂੰ ਨਾਦ ਵੀ ਕਹਿ ਦਿੱਤਾ ਜਾਂਦਾ ਹੈ। ਇਹ ਆਵਾਜ਼ ਜਿਹੜੀ ਪ੍ਰੋਡਿਊਸ ਕੀਤੀ ਜਾਂਦੀ ਹੈ ਕਿਸੇ ਨਾ ਕਿਸੇ ਵਸੀਲੇ ਦੇ ਨਾਲ। ਜਿਵੇਂ ਲੋਹੇ ਦੇ ਨਾਲ ਲੋਹਾ ਵੱਜੇਗਾ, ਆਵਾਜ਼ ਆਏਗੀ। ਤੰਤੀ ਸਾਜ਼ਾਂ ਦੇ ਵਿੱਚ ਤਾਰਾਂ ਨੂੰ ਛੇੜਾਂਗੇ ਤੇ ਆਵਾਜ਼ ਆਏਗੀ। ਹਾਰਮੋਨੀਅਮ ਦੇ ਵਿੱਚ ਸੁਰਾਂ ਨੂੰ ਦੱਬਾਂਗੇ, ਫੂਕ ਵੱਜਦੀ ਹੈ ਤੇ ਆਵਾਜ਼ ਨਿਕਲਦੀ ਹੈ। ਹੱਥ ਨੂੰ ਹੱਥ ਮਾਰਾਂਗੇ ਤੇ ਤਾੜੀ ਦੀ ਆਵਾਜ਼ ਆਉਂਦੀ ਹੈ। ਤੋ ਪਦਾਰਥਕ ਆਵਾਜ਼ਾਂ ਉਹ ਆਵਾਜ਼ਾਂ ਨੇ ਜਿਹੜੀਆਂ ਪ੍ਰੋਡਿਊਸ ਕੀਤੀਆਂ ਜਾਂਦੀਆਂ ਨੇ, ਕਿਸੇ ਧਾਤੂ ਦੇ ਨਾਲ ਧਾਤੂ ਟਕਰਾਉਣ ਤੋਂ ਬਾਅਦ ਆਉਂਦੀ ਹੈ, ਜਾਂ ਕੋਈ ਇੱਕ ਵਸਤੂ ਦੂਜੀ ਵਸਤੂ ਨਾਲ ਟਕਰਾਉਂਦੀ ਹੈ, ਫਿਰ ਉਹ ਆਵਾਜ਼ ਆਉਂਦੀ ਹੈ। ਪਰ ਇੱਕ ਆਵਾਜ਼ ਐਸੀ ਵੀ ਹੈ ਜਿਹੜੀ ਬਿਨਾਂ ਵਜਾਇਆਂ ਆ ਰਹੀ ਹੈ, ਤੇ ਉਹ ਆਵਾਜ਼ ਸਿੱਧੀ ਪਰਮਾਤਮਾ ਤੋਂ ਆ ਰਹੀ ਹੈ। ਉਸੇ ਨੂੰ ਗੁਰਬਾਣੀ ਨੇ ਅਨਾਹਦ ਦੱਸਿਆ ਔਰ ਉਸੇ ਨੂੰ ਗੁਰਬਾਣੀ ਨੇ ਸ਼ਬਦ ਦੱਸਿਆ, ਤੇ ਉਸੇ ਨੂੰ ਗੁਰੂ ਨਾਨਕ ਸਾਹਿਬ ਨੇ ਸ਼ਬਦ ਗੁਰੂ ਆਖਿਆ। ਤੋ ਸ਼ਬਦ ਗੁਰੂ ਕੀ ਹੈ? ਉਹ ਆਵਾਜ਼ ਜਿਹੜੀ ਸਿੱਧੀ ਪਰਮਾਤਮਾ ਤੋਂ ਆ ਰਹੀ ਹੈ, ਪਰ ਆਮ ਮਨੁੱਖ ਦਾ ਉਹਦੇ ਨਾਲ ਸੰਬੰਧ ਨਹੀਂ ਬਣਦਾ। ਕਿਉਂ? ਕਿਉਂਕਿ ਸਾਡੀ ਸੁਰਤ ਨੀਵੀਂ ਹੈ। ਕਿਉਂਕਿ ਜਿੱਥੇ ਸਾਡੇ ਗੁਰੂ ਸਾਹਿਬ ਨੇ ਗੁਰੂ ਨੂੰ ਸ਼ਬਦ ਆਖਿਆ, ਉੱਥੇ ਚੇਲਾ ਸੁਰਤ ਦੱਸਿਆ ਹੈ, ਤੇ ਸਾਡੀ ਸੁਰਤ ਦੀ ਅਵਸਥਾ ਇੰਨੀ ਉੱਚੀ ਨਹੀਂ ਹੈ ਕਿ ਉਹ ਸਿੱਧੀ ਉਹ ਪਰਮਾਤਮਾ ਨਾਲ ਸੰਬੰਧ ਬਣਾ ਸਕੇ, ਪਰਮਾਤਮਾ ਦੀ ਆਵਾਜ਼ ਸੁਣ ਸਕੇ। ਸਾਡੀ ਸੁਰਤ ਦੀ ਹਜੇ ਉਹ ਅਵਸਥਾ ਨਹੀਂ ਹੈਗੀ, ਕਿਉਂਕਿ ਸਾਡੀ ਸੁਰਤ ਪਦਾਰਥਾਂ 'ਚ ਟਿਕੀ ਹੈ। ਇਸ ਕਰਕੇ ਪਦਾਰਥਕ ਆਵਾਜ਼ਾਂ ਤਾਂ ਸਾਡੀ ਸੁਰਤ ਨੂੰ ਸਮਝ ਲੱਗ ਜਾਂਦੀਆਂ, ਸੁਰਤ ਰੱਬ ਤੱਕ ਨਹੀਂ ਪਹੁੰਚੀ। ਇਸ ਕਰਕੇ ਰੱਬ ਦੀ ਆਵਾਜ਼ ਸਾਨੂੰ ਸਮਝ ਨਹੀਂ ਪੈ ਰਹੀ, ਪੱਲੇ ਨਹੀਂ ਪੈ ਰਹੀ। ਫਿਰ ਇੱਥੇ ਜਿਹੜਾ ਰੋਲ ਆ ਜਾਂਦਾ ਹੈ ਗੁਰੂ ਦਾ। ਆਪਾਂ ਪੜ੍ਹਦੇ ਹਾਂ ਨਾ, ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾਬਾ ਸੀਠ। ਗੁਰੂ ਵਿਚੋਲਾ ਹੈ, ਤੇ ਵਿਚੋਲੇ ਦਾ ਕੰਮ ਕੀ ਹੁੰਦਾ ਹੈ? ਵਿਚੋਲੇ ਦਾ ਸੰਬੰਧ ਕੁੜੀ ਵਾਲਿਆਂ ਨਾਲ ਵੀ ਹੁੰਦਾ ਹੈ, ਵਿਚੋਲੇ ਦਾ ਸੰਬੰਧ ਮੁੰਡੇ ਵਾਲਿਆਂ ਨਾਲ ਵੀ ਹੁੰਦਾ ਹੈ, ਦੋਨਾਂ ਦੇ ਨਾਲ ਸੰਬੰਧ ਹੁੰਦਾ ਹੈ। ਤੇ ਫਿਰ ਵਿਚੋਲਾ ਕੀ ਕਰਦਾ? ਵੀ ਦੋਨਾਂ ਦਾ ਨਾਤਾ ਇੱਕ ਦੂਜੇ ਨਾਲ ਜੋੜ ਦਿੰਦਾ ਵਿੱਚ ਪੈ ਕੇ। ਇਸੇ ਤਰ੍ਹਾਂ ਗੁਰੂ ਦਾ ਸੰਬੰਧ ਪਰਮਾਤਮਾ ਨਾਲ ਵੀ ਹੈ, ਗੁਰੂ ਦਾ ਸੰਬੰਧ ਸੰਸਾਰ ਨਾਲ ਵੀ ਹੈ, ਤੇ ਗੁਰੂ ਵਿੱਚ ਪੈ ਕੇ ਸੰਸਾਰ ਨੂੰ ਰੱਬ ਦੇ ਨਾਲ ਮਿਲਾ ਦਿੰਦਾ ਹੈ, ਮਨੁੱਖ ਨੂੰ ਰੱਬ ਦੇ ਨਾਲ ਮਿਲਾ ਦਿੰਦਾ ਹੈ। ਤੇ ਉਹਨੂੰ ਮਿਲਾਉਣ ਦਾ ਇੱਕ ਵਸੀਲਾ ਗੁਰੂ ਸਾਹਿਬ ਨੇ ਕੀ ਬਣਾਇਆ? ਕਿਉਂਕਿ ਗੁਰੂ ਸਾਹਿਬ ਨੇ ਉਹ ਟੂਲਸ ਜਾਂ ਉਹ ਪੈਰਾਮੀਟਰਸ, ਉਹ ਵਸੀਲਾ ਵਰਤਿਆ ਜਿਸ ਵਸੀਲੇ ਤੱਕ ਪਹੁੰਚ ਇੱਕ ਆਮ ਮਨੁੱਖ ਦੀ ਹੋ ਸਕਦੀ ਹੈ। ਤੇ ਸਾਡੀ ਪਹੁੰਚ ਜਿਹੜੀ ਆ ਉਹ ਅੱਖਰਾਂ ਤੱਕ ਹੋ ਸਕਦੀ ਹੈ। ਸਾਨੂੰ ਅੱਖਰਾਂ ਦੀ ਲੈਂਗੁਏਜ, ਭਾਸ਼ਾ ਦੀ ਸਮਝ ਲੱਗ ਸਕਦੀ ਹੈ। ਤੇ ਇਸ ਕਰਕੇ ਗੁਰੂ ਨਾਨਕ ਸਾਹਿਬ ਵਰਗੀਆਂ ਮਹਾਨ ਸ਼ਖਸੀਅਤਾਂ ਨੇ ਕੀ ਕੀਤਾ ਕਿ ਜਿਹੜੀ ਆਵਾਜ਼ ਲਗਾਤਾਰ ਪਰਮਾਤਮਾ ਵੱਲੋਂ ਆ ਰਹੀ ਹੈ, ਉਹਨੂੰ ਅੱਖਰ ਦੇ ਦਿੱਤੇ, ਕਿਉਂਕਿ ਅਸੀਂ ਅੱਖਰਾਂ ਨਾਲ ਸੰਬੰਧ ਬਣਾ ਸਕਦੇ ਹਾਂ। ਉਹਨੂੰ ਅੱਖਰ ਦੇ ਦਿੱਤੇ, ਤੇ ਉਹਨਾਂ ਅੱਖਰਾਂ ਦੇ ਰਾਹੀਂ ਉਸ ਪਰਮਾਤਮਾ ਦੇ ਬੋਲਾਂ ਨੂੰ ਪ੍ਰਗਟ ਕਰ ਦਿੱਤਾ, ਤੇ ਉਹਨੂੰ ਹੀ ਅਸੀਂ ਗੁਰਬਾਣੀ ਕਹਿ ਦਿੰਦੇ ਹਾਂ। ਤੋ ਗੁਰਬਾਣੀ ਕੀ ਹੈ? ਇਹ ਪਰਮਾਤਮਾ ਦੀ ਜਿਹੜੀ ਆਵਾਜ਼ ਲਗਾਤਾਰ ਆ ਰਹੀ ਹੈ, ਉਹਦਾ ਹੀ ਪ੍ਰਗਟ ਸਰੂਪ ਹੈ। ਉਹਨੂੰ ਹੀ ਗੁਰੂ ਨਾਨਕ ਸਾਹਿਬ ਨੇ ਅੱਖਰ ਦਿੱਤੇ ਨੇ। ਤੋ ਇਉਂ ਸਿੱਧਾ ਕਹਿ ਲਈਏ, ਗੁਰਬਾਣੀ ਪਰਮਾਤਮਾ ਦੇ ਹੀ ਬੋਲ ਨੇ। ਇਸ ਕਰਕੇ ਗੁਰਬਾਣੀ ਦਾ ਸਤਿਕਾਰ ਇਸ ਤਰ੍ਹਾਂ ਕਰਨਾ ਜਿਵੇਂ ਪਰਮਾਤਮਾ ਦਾ ਕਰਨਾ ਹੈ।
ਤਾਂ ਹੀ ਤਾਂ ਗੁਰਬਾਣੀ ਦੇ ਵਿੱਚ ਕਿਹਾ ਗਿਆ ਹੈ ਨਾ, ਤਰਤਾਰ ਅਪਵਿੱਤਰ ਕਰ ਮਾਨੀਐ ਰੇ, ਜੈਸੇ ਕਾਗਰਾ ਕਰਤ ਵਿਚਾਰੰ, ਭਗਤ ਭਗਉਤ ਲਿਖੀਐ ਤੇ ਉਪਰੇ ਪੂਜੀਐ ਕਰ ਨਮਸਕਾਰੰ। ਤਾੜੀ ਦਾ ਰੁੱਖ ਉਹਨੂੰ ਅਪਵਿੱਤਰ ਮੰਨਿਆ ਜਾਂਦਾ ਕਿਉਂਕਿ ਉਹਦੇ 'ਚੋਂ ਨਸ਼ੇ ਦਾ ਰਸ ਚੋਂਦਾ ਹੈ, ਉਹਨੂੰ ਅਪਵਿੱਤਰ ਮੰਨਦੇ ਨੇ। ਪਰ ਭਗਤ ਜੀ ਕਹਿੰਦੇ ਉਸੇ ਤਾੜੀ ਦੇ ਰੁੱਖ ਤੋਂ ਬਣੇ ਹੋਏ ਕਾਗਜ਼ ਦੇ ਉੱਤੇ ਜੇ ਅਸੀਂ ਪਰਮਾਤਮਾ ਦੀ ਸਿਫਤ ਲਿਖ ਦਈਏ, ਜਿਸ ਰੁੱਖ ਨੂੰ ਅਪਵਿੱਤਰ ਕਹਿੰਦੇ ਆ ਉਹਦੇ ਤੋਂ ਬਣੇ ਹੋਏ ਕਾਗਜ਼ ਨੂੰ ਵੀ ਮੱਥੇ ਟੇਕਦੇ ਨੇ ਜਦੋਂ ਉਹਦੇ 'ਤੇ ਰੱਬ ਦੇ ਬੋਲ ਲਿਖ ਦਿੱਤੇ ਜਾਣ। ਤੋ ਆਮ ਕਾਗਜ਼, ਕਿਉਂਕਿ ਮਨੁੱਖ ਆਮ, ਕਈ ਕਹਿ ਦਿੰਦੇ ਜੀ ਵੀ ਜਿਹੜੇ ਸਿੱਖ ਨੇ ਇਹ ਕਿਸੇ ਪੁਸਤਕ ਦੇ ਉਪਾਸ਼ਕ ਨੇ, ਹਿੰਦੂ ਬੁੱਤ ਦੇ ਉਪਾਸ਼ਕ ਨੇ, ਤੁਸੀਂ ਪੁਸਤਕਾਂ ਦੇ ਉਪਾਸ਼ਕ ਬਣ ਗਏ। ਨਹੀਂ ਸਾਧ ਸੰਗਤ, ਤੁਸੀਂ ਉਂਝ 1400 ਖਾਲੀ ਪੰਨੇ ਰੱਖ ਦਿਓ, ਸਿੱਖ ਮੱਥਾ ਨਹੀਂ ਟੇਕੇਗਾ। ਪਰ ਜਿਨ੍ਹਾਂ 1400 ਅੰਗਾਂ 'ਤੇ ਉਸ ਪਰਮਾਤਮਾ ਦੇ ਬੋਲ ਲਿਖ ਦਿੱਤੇ, ਸਿੱਖ ਦਾ ਉੱਥੇ ਸੀਸ ਝੁਕ ਜਾਂਦਾ ਹੈ। ਪੂਰੀ ਮਨੁੱਖਤਾ ਦਾ ਸੀਸ ਝੁਕਣਾ ਚਾਹੀਦਾ ਹੈ, ਕਿਉਂਕਿ ਇਹ ਪੇਜ ਆਮ ਪੇਜ ਨਹੀਂ, ਇਹ ਅੰਗ ਹੋ ਜਾਂਦੇ ਨੇ, ਇਹ ਗੁਰੂ ਸਾਹਿਬ ਦਾ ਸਰੂਪ ਹੋ ਗਿਆ ਹੈ, ਕਿਉਂਕਿ ਇਹਦੇ 'ਤੇ ਪਰਮਾਤਮਾ ਦੇ ਬੋਲ ਲਿਖ ਦਿੱਤੇ ਗਏ ਆ। ਤੋ ਜਿੱਥੇ ਪਰਮਾਤਮਾ ਦੇ ਬੋਲ ਲਿਖ ਦਿੱਤੇ ਗਏ ਉਹਦਾ ਵੀ ਸਤਿਕਾਰ ਇਉਂ ਕਰਨਾ ਜਿਵੇਂ ਰੱਬ ਦਾ ਕਰਨਾ ਹੈ। ਤੋ ਇਹ ਮਹਾਨਤਾ ਹੈ ਗੁਰਬਾਣੀ ਦੀ ਸਾਧ ਸੰਗਤ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪ੍ਰਥਮ ਬਾਣੀ ਜਿਹੜੀ ਹੈ, ਸਭ ਤੋਂ ਪ੍ਰਥਮ ਬਾਣੀ, ਥੋੜ੍ਹਾ ਇਕਾਗਰਤਾ ਨਾਲ ਸਰਵਣ ਕਰੋ ਸਾਰੇ ਸਾਧ ਸੰਗਤ, ਟਿਕਾ ਬਖਸ਼ੋ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਭ ਤੋਂ ਪ੍ਰਥਮ ਬਾਣੀ ਹੈ ਜਪਜੀ ਸਾਹਿਬ, ਜਿਹਦੀ ਵਿਆਖਿਆ ਅੱਜ ਆਪਾਂ ਪ੍ਰਾਰੰਭ ਕਰਨੀ ਹੈ। ਇਤਿਹਾਸਕ ਹਵਾਲੇ ਲਈਏ ਤਾਂ ਧੰਨ ਗੁਰੂ ਨਾਨਕ ਸਾਹਿਬ ਜਦੋਂ ਸੁਮੇਰ ਪਰਬਤ 'ਤੇ ਗਏ ਨੇ, ਸਿੱਧਾਂ ਦੇ ਨਾਲ ਵਾਰਤਾਲਾਪ ਹੋਈ ਆ, ਸਿੱਧਾਂ ਨੂੰ ਮਿਲੇ ਨੇ। ਸਿੱਧਾਂ ਨੇ ਬੜਾ ਯਤਨ ਕੀਤਾ ਗੁਰੂ ਨਾਨਕ ਸਾਹਿਬ ਨੂੰ ਆਪਣੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਦੇ ਨਾਲ ਪ੍ਰਭਾਵਿਤ ਕਰਨ ਦਾ, ਪਰ ਗੁਰੂ ਨਾਨਕ ਸਾਹਿਬ ਜੀ ਦੀ ਅਜ਼ਮਤ ਅੱਗੇ ਉਹਨਾਂ ਸਿੱਧਾਂ ਨੂੰ ਵੀ ਝੁਕ ਕੇ ਕਹਿਣਾ ਪਿਆ, ਧੰਨ ਨਾਨਕ ਤੇਰੀ ਵੱਡੀ ਕਮਾਈ। ਜਦੋਂ ਸਿੱਧ ਵੀ ਗੁਰੂ ਨਾਨਕ ਸਾਹਿਬ ਅੱਗੇ ਝੁਕ ਗਏ, ਫਿਰ ਉਹਨਾਂ ਸਿੱਧਾਂ ਨੇ ਫਿਰ ਦੀਨ ਹੋ ਕੇ ਗੁਰੂ ਨਾਨਕ ਸਾਹਿਬ ਨੂੰ ਕੁਝ ਸਵਾਲ ਕੀਤੇ ਆ ਪਰਮਾਤਮਾ ਦੇ ਬਾਰੇ, ਅਤੇ ਗੁਰੂ ਨਾਨਕ ਸਾਹਿਬ ਨੇ ਫਿਰ ਉਹਨਾਂ ਸਿੱਧਾਂ ਨੂੰ ਜਵਾਬ ਦਿੱਤਾ ਹੈ। ਅਤੇ ਇਤਿਹਾਸ ਦੀ ਮੰਨੀਏ ਤਾਂ ਇਹ ਜਪਜੀ ਸਾਹਿਬ ਦੀਆਂ ਸਾਰੀਆਂ ਪੌੜੀਆਂ ਇਹ ਸਿੱਧਾਂ ਨੂੰ ਦਿੱਤਾ ਹੋਇਆ ਉਪਦੇਸ਼ ਆ ਸਾਧ ਸੰਗਤ। ਇਹ ਸਿੱਧਾਂ ਨੂੰ ਜੋ ਸਮਝਾਇਆ, ਜੋ ਉਹਨਾਂ ਸਵਾਲਾਂ ਦੇ ਜਵਾਬ ਦਿੱਤੇ, ਕੁਝ ਪੱਖ ਸਿੱਧਾਂ ਨੇ ਆਪ ਵੀ ਰੱਖੇ ਤਾਂ ਉਹਨਾਂ ਪੱਖਾਂ ਦਾ ਖੰਡਨ ਵੀ ਕੀਤਾ ਔਰ ਸਤਿਗੁਰੂ ਜੀ ਨੇ ਫਿਰ ਉਹਨਾਂ ਨੂੰ ਜਵਾਬ ਵੀ ਦਿੱਤੇ ਆ। ਉਹ ਸਾਰੇ ਜਿਹੜੇ ਜਵਾਬ ਨੇ, ਆਪਾਂ ਵੱਖ-ਵੱਖ ਬਾਣੀਆਂ ਪੜ੍ਹਦੇ ਹਾਂ, ਸਿੱਧ ਗੋਸ਼ਟ ਵੀ ਪੜ੍ਹਦੇ ਹਾਂ, ਉਹ ਵੀ ਸਿੱਧਾਂ ਦੇ ਨਾਲ ਗੋਸ਼ਟੀ ਹੋਈ ਹੈ। ਤਾਂ ਜਪਜੀ ਸਾਹਿਬ ਦੀਆਂ ਪੌੜੀਆਂ ਵੀ ਜਿਹੜੀਆਂ ਨੇ ਇਹ ਸਿੱਧਾਂ ਨੂੰ ਦਿੱਤੇ ਹੋਏ ਜਵਾਬ ਨੇ, ਔਰ ਉਹ ਰੱਬੀ ਜਿਹੜੇ ਸਵਾਲ ਹੋਏ ਨੇ ਉਹਨਾਂ ਸਵਾਲਾਂ ਦੇ ਦਿੱਤੇ ਹੋਏ ਜਵਾਬ ਨੇ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਉਦਾਸੀਆਂ ਸੰਪੂਰਨ ਕੀਤੀਆਂ, ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਟਿਕੇ, ਉਦੋਂ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਸੰਪੂਰਨ ਸਿੱਖ ਬਣ ਚੁੱਕੇ ਨੇ। ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਦੇ ਨਾਲ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਫਿਰ ਭਾਈ ਲਹਿਣਾ ਜੀ ਨੇ ਉਹਨਾਂ ਸਾਰੀਆਂ ਜਿਹੜੀਆਂ ਪੌੜੀਆਂ ਨੂੰ ਇੱਕ ਤਰਤੀਬ ਦਿੱਤੀ। ਫਿਰ ਉਹਦਾ ਜਿਹੜਾ ਸਿਰਲੇਖ ਦਿੱਤਾ ਗਿਆ ਜਪ, ਔਰ ਉਸ ਬਾਣੀ ਦਾ ਜਿਹੜਾ ਨਾਮ ਪੈ ਗਿਆ ਜਪਜੀ ਸਾਹਿਬ। ਔਰ ਕਰਤਾਰਪੁਰ ਸਾਹਿਬ ਦੀ ਧਰਤੀ 'ਤੇ ਇਹ ਮਰਿਆਦਾ ਚੱਲੀ ਕਿ ਅੰਮ੍ਰਿਤ ਵੇਲੇ ਸਿੱਖ ਨੇ ਨਿਤਨੇਮ ਦੇ ਵਿੱਚ ਫਿਰ ਜਪਜੀ ਸਾਹਿਬ ਦਾ ਪਾਠ ਕਰਨਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਸੋਦਰ ਦਾ ਸ਼ਬਦ ਵੀ ਉਚਾਰਿਆ, ਉਹ ਸਿੱਖ ਫਿਰ ਸੰਧਿਆ ਵੇਲੇ ਪੜ੍ਹਦੇ। ਕੀਰਤਨ ਸੋਹਲੇ ਦੇ ਵਿੱਚ 3 ਸ਼ਬਦ ਗੁਰੂ ਨਾਨਕ ਸਾਹਿਬ ਨੇ ਉਚਾਰੇ, ਉਹ 3 ਸ਼ਬਦ ਫਿਰ ਸੌਣ ਤੋਂ ਪਹਿਲਾਂ ਸਿੱਖ ਪੜ੍ਹਦੇ। ਇਹ ਮਰਿਆਦਾ ਗੁਰੂ ਨਾਨਕ ਸਾਹਿਬ ਵੇਲੇ ਸੀ। ਗੁਰੂ ਅਰਜਨ ਸਾਹਿਬ ਵੇਲੇ ਜਦੋਂ ਗੁਰੂ ਅਰਜਨ ਸਾਹਿਬ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਤਰਤੀਬ ਵਾਈਜ਼ ਕੀਤਾ, ਭਾਈ ਗੁਰਦਾਸ ਤੋਂ ਲਿਖਾਇਆ, ਤਾਂ ਪਹਿਲੇ 13 ਅੰਗ ਗੁਰੂ ਅਰਜਨ ਸਾਹਿਬ ਜੀ ਨੇ ਨਿਤਨੇਮ ਦੇ ਰੂਪ ਵਿੱਚ ਰੱਖੇ। ਗੁਰੂ ਗੋਬਿੰਦ ਸਿੰਘ ਜੀ ਦਾ ਸਮਾਂ ਆਇਆ, ਫਿਰ ਇਹਨਾਂ 13 ਅੰਗਾਂ ਦੇ ਵਿੱਚ ਜਿਹੜੀਆਂ ਬਾਣੀਆਂ ਨੇ ਉਹਨਾਂ ਬਾਣੀਆਂ ਨੂੰ ਤਾਂ ਨਿਤਨੇਮ ਦੇ ਵਿੱਚ ਰੱਖਿਆ ਹੀ ਹੈ। ਇਹਦੇ ਤੋਂ ਇਲਾਵਾ ਹੋਰ ਬਾਣੀਆਂ ਵੀ ਫਿਰ ਸਿੱਖ ਦੇ ਨਿਤਨੇਮ ਵਿੱਚ ਦਰਜ ਹੋ ਗਈਆਂ। 5 ਬਾਣੀਆਂ ਅਸੀਂ ਅੰਮ੍ਰਿਤ ਵੇਲੇ ਪੜ੍ਹਦੇ ਹਾਂ, 1 ਬਾਣੀ ਅਸੀਂ ਸੋਦਰ ਸੰਧਿਆ ਵੇਲੇ ਪੜ੍ਹਦੇ ਹਾਂ, ਅਤੇ ਸੌਣ ਤੋਂ ਪਹਿਲਾਂ ਅਸੀਂ ਕੀਰਤਨ ਸੋਹਲਾ ਪੜ੍ਹਦੇ ਹਾਂ। ਉਹਦੇ ਵਿੱਚ ਹੋਰ ਵੀ ਜਿਹੜੇ ਗੁਰੂ ਰਾਮਦਾਸ ਜੀ ਅਤੇ ਗੁਰੂ ਅਰਜਨ ਸਾਹਿਬ ਜੀ ਦਾ ਵੀ ਜੋ ਸ਼ਬਦ ਜਿਹੜਾ ਉਹ ਐਡ ਹੋਇਆ। ਤੋ ਇਸ ਪ੍ਰਕਾਰ ਚਲੋ ਇਹ ਵਿਆਖਿਆ ਲੰਬੀ ਹੋ ਜਾਏਗੀ। ਕਹਿਣ ਤੋਂ ਭਾਵ ਕੀ ਹੈ, ਸਿੱਧਾਂ ਦੇ ਨਾਲ ਵਿਚਾਰ ਹੋਈ, ਪੌੜੀਆਂ ਉਚਾਰਨ ਕੀਤੀਆਂ, ਭਾਈ ਲਹਿਣਾ ਜੀ ਨੇ ਤਰਤੀਬ ਦਿੱਤੀ ਹੈ। ਅਤੇ ਇਹ ਹੁਣ ਜੇ ਇਹਦੇ ਜਪਜੀ ਸਾਹਿਬ ਜੀ ਦੇ ਭਾਵ ਅਰਥਾਂ ਵੱਲ ਜਾਈਏ ਤਾਂ ਇੱਕ ਗੱਲ ਸਪਸ਼ਟ ਕਹਿ ਦਿਆਂ ਸਾਧ ਸੰਗਤ, ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰਾ ਭਾਵ ਉਹ ਜਪਜੀ ਸਾਹਿਬ ਦੇ ਵਿੱਚ ਮਿਲ ਜਾਊਗਾ। ਇਹ ਧਿਆਨ ਦਿਓ ਸਾਧ ਸੰਗਤ ਕਿ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਜਿਹੜੀ ਮੈਨੂੰ ਸਮਝ ਪਈ, ਸਭ ਤੋਂ ਵੱਧ ਜੇ ਗੱਲ ਹੋਈ ਹੈ ਇੱਕ ਪਰਮਾਤਮਾ ਦੀ ਹੋਈ ਹੈ,
परमात्मा तो बनी हुई कुदरत दी होई है। उन किहड़े नियमां दे विच कुदरत बझी है उन्हां नियमां दी गल कीती गई है ते परमात्मा स्वरूप सतगुरु की गल की गई है। एक तो ये, दूजा उस परमात्मा तक पहुँचण का रस्ता की है, तरीका की है, वो तरीका दस्या गया है। तीजा, जिन्हां ने उस रस्ते ते चल के परमात्मा नूं पा लिया है उन्हां दी महिमा दसी गई है। चौथा, उस परमात्मा तो विछड़न दे, उहदे तो खुंझण दे बड़े वसीले ने, जिवें माया हो गई, वकार हो गए, उन्हां दी गल कीती है। और जिहड़े उस परमात्मा तो टुट गए उन्हां दे हालात दसे ने। मेरी समझ के मुताबिक गुरबाणी दे विच ये पक्ष होर भी बड़े हो सकते हैं, क्योंकि असी कभी भी गुरबाणी के सारे पक्षां नूं आपदी मत विच नहीं लिया सकते, क्योंकि गुरबाणी अगाध बोध है, अथाह है, साडी पहुँच नहीं हो सकती। पर जिन्नी क मेरी मत नूं समझ लगी, हुण जिहड़ी मैं गल करनी है, ये सारे पक्ष गुरु ग्रंथ साहिब जी की बाणी विच मिलदे ने ते वो सारे दे सारे पक्ष जां इंज कह लईए सारे दा सारा भाव वो जपजी साहिब दे विच मिल जाता है। जपजी साहिब दे विच एक परमात्मा की गल कीती है, आरंभ दे विच ही पढ़ लैंदे आ जिहड़ा मंगला चरण आउंदा है। जपजी साहिब दे विच सतगुरु की गल कीती हुई है, गुरप्रसाद की गल आउंदी है। जपजी साहिब दे विच कुदरत की गल कीती, आपां कुदरत वालियां पौड़ियां पढ़दे आ। जपजी साहिब दे विच परमात्मा नूं मिलण दा तरीका दस्सिया होया, किव सचियारा होई है, किव कूड़े टुट्टे पाल, तरीका दस्सिया। ते जिहड़े उस रस्ते ते चल के परमात्मा दा रूप हो गए उन्हां दी महिमा दसी है। पंच प्रवान पंच प्रधान वालियां गल्लां पढ़दे आ ते उस परमात्मा तो टुटण दे किहड़े-किहड़े वसीले ने जां किहड़े-किहड़े कर्म कांडां दे नाल लोकी परमात्मा तो खुंझ गए। जिवें सोचै सोच ना होवई, जे सोची लखवार, जां भुख्या भुख ना उतरी, जे बन्ना पुरिया भार। तो वो ढंग जिहदे नाल जिंदे ते तुर के बंदा रब तो खुंझ गया वो दस्सिया, और टुटे होयां दे हालात दस्से ने, जिवें असंख मूर्ख अंध घोर। तो वो सारी दा सारा भाव नरोल जपजी साहिब दे विच ही मिल जाता है। तो मैं कई वारी सोचदा हुन्ना है, सब तो औखी कथा है जपजी साहिब की कथा। ये औखी क्यों है? क्योंकि पूरे दे पूरे गुरु ग्रंथ साहिब की व्याख्या आपां 38 पौड़ियां जी करनी है। तो सारे दे सारे पक्ष जिहड़े गुरु ग्रंथ साहिब दे अंदर आउणे ने वो कल्ली इस बाणी की व्याख्या करन लग्या सानूं करने पैंदे आ। बड़ी औखी बाणी है, बड़ी समझनी बहुत औखी है, पर गुरु नानक साहब रहमत करन आप ही इहदी व्याख्या करा लैण। ये थोड़ा जिहा भाव जिहड़ा आप जी दे सन्मुख रखिया है। धन गुरु अर्जन साहब महाराज जी ने जिथे भाई गुरदास जी तो गुरुद्वारा रामसर साहब की धरती ते सारी बाणी नूं तरतीब वाइज कीता है, सानूं पोथी साहब बख्शी। उस तरह ही धन गुरु गोबिंद सिंह महाराज जी ने कुछ होर बाणियां ऐड कीतियां, जिवें सलोक महला नावां, ते फिर गुरु ग्रंथ साहब जी नूं गुरियाई दित्ती है। और ये कह दिता है कि आग्या भई अकाल की तभी चलायो पंथ, सब सिखन को हुक्म है गुरु मान्यो ग्रंथ। गुरु ग्रंथ साहब नूं गुरियाई दित्ती है। उस सतगुरु जी की जिहड़ी व्याख्या वो सतगुरां ने आप ही रहमत करके कराउणी है। आओ अखरी अर्थ की जिहड़ी प्रारंभता आपां करिए। थोड़ा जिहा भाव मैं तुहाडे सन्मुख रखिआ, इहदी होर भी डिटेल व्याख्या मिल जाती है, पर आपां समय की नजाकत नूं समझदिआं होइआं आओ अखरी अर्थ प्रारंभ करन तो पहिलां सतगुरां दे पावन उस नाम दे नाल अपनी रसना नूं पवित्र करिए और उचारण करिए जी। सतनाम श्री वाहिगुरु साहिब जी। एक ओंकार। धन गुरु ग्रंथ साहिब महाराज जी दे अंदर जो सब तो प्रथम शब्द आउंदा है वो है एक ओंकार। प्रथम बाणी जपजी साहिब है। प्रथम जिथों आरंभता हुंदी है वो एक ओंकार तो हुंदी है। एक तो बाणी प्रारंभ हुंदी है, एक दी प्रकरमा सारी गुरबाणी करदी है। भाई वीर सिंह जी ने तो यह भी लिखिआ है, कहंदे एक ओंकार की व्याख्या पूरा मूल मंत्र करता है। पूरे मूल मंत्र की व्याख्या जपजी साहिब करता है और पूरे जपजी साहिब की व्याख्या पूरा गुरु ग्रंथ साहिब करता है। तो इस तरह उन्होंने तरतीब दिती है। सब तो प्रथम जो है वो एक ओंकार है, और ये एक ओंकार तो लैके गुरप्रसाद तक गुरु नानक साहब जी ने फिर बाणी उचारण करन तो पहलां ये मंगलाचरण उचारण किया है। और गुरु अर्जन साहब जी ने भी कोई भी राग प्रारंभ करना होवे जां कोई मुख बाणी प्रारंभ करनी होवे, सब तो पहलां मंगलाचरण जो महाराज ने दर्ज किया है। पुरातन समयां तो जदों भी कोई ऋषि मुनि ग्रंथ लिखते हैं सब तो पहलां वो मंगलाचरण लिखते हैं, आशीर्वाद लैंदे ने अपने इष्ट दा। पर आम तौर पर
ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਦੋ ਹਸਤੀਆਂ ਨੂੰ ਇਸ਼ਟ ਮੰਨ ਕੇ ਉਹਨਾਂ ਦੇ ਮੰਗਲਾਚਰਨ ਉਚਾਰਨ ਕੀਤੇ ਜਾਂਦੇ ਸਨ, ਇੱਕ ਗਣੇਸ਼ ਜੀ ਦਾ ਅਤੇ ਇੱਕ ਸਰਸਵਤੀ ਦਾ। ਕਿਉਂਕਿ ਗਣੇਸ਼ ਜੀ ਨੂੰ ਸਿੱਧ ਦਾ ਦਾਤਾ ਮੰਨਿਆ ਜਾਂਦਾ, ਸਿੱਧੀ ਦਾ ਦਾਤਾ, ਅਤੇ ਸਰਸਵਤੀ ਨੂੰ ਬੁੱਧੀ ਦਾ ਦਾਤਾ ਮੰਨਿਆ ਜਾਂਦਾ ਹੈ। ਇਸ ਕਰਕੇ ਮਨੁੱਖ ਦੋਨਾਂ ਹੀ ਚੀਜ਼ਾਂ ਨੂੰ ਚਾਹੁੰਦਾ ਹੈ, ਸਿੱਧ ਵੀ ਚਾਹੁੰਦਾ ਹੈ, ਪਦਾਰਥ ਵੀ ਚਾਹੁੰਦਾ ਹੈ, ਅਤੇ ਬੁੱਧੀ ਵੀ ਚਾਹੁੰਦਾ ਹੈ, ਅਧਿਆਤਮਕ ਗਿਆਨ ਵੀ ਚਾਹੁੰਦਾ ਹੈ। ਇਸ ਕਰਕੇ ਦੋਨਾਂ ਦੇ ਮੰਗਲਾਚਰਨ ਅਕਸਰ ਉਚਾਰਨ ਕੀਤੇ ਜਾਂਦੇ ਨੇ। ਪਰ ਗੁਰੂ ਨਾਨਕ ਸਾਹਿਬ ਨੇ ਨਾ ਤਾਂ ਗਣੇਸ਼ ਜੀ ਦਾ ਮੰਗਲਾਚਰਨ ਉਚਾਰਨ ਕੀਤਾ, ਨਾ ਹੀ ਸਰਸਵਤੀ ਦਾ, ਕਿਉਂਕਿ ਗੁਰੂ ਨਾਨਕ ਸਾਹਿਬ ਕਹਿੰਦੇ ਸਾਡਾ ਇਸ਼ਟ ਇੱਕ ਪਰਮਾਤਮਾ ਹੈ, ਸਿੱਧੀ ਵੀ ਪਰਮਾਤਮਾ ਤੋਂ ਮਿਲਦੀ ਹੈ, ਬੁੱਧ ਵੀ ਪਰਮਾਤਮਾ ਤੋਂ ਮਿਲਦੀ ਹੈ। ਇਸ ਕਰਕੇ ਜੇ ਅਸੀਂ ਮੰਗਲਾਚਰਨ ਉਚਾਰਨ ਕਰਾਂਗੇ ਤਾਂ ਪਰਮਾਤਮਾ ਦੀ ਸਿਫਤ ਵਿੱਚ ਕਰਾਂਗੇ। ਇੱਥੋਂ ਤੱਕ ਤੁਸੀਂ ਵੇਖੋ, ਆਮ ਤੌਰ 'ਤੇ ਜਦੋਂ ਬਾਦਸ਼ਾਹਾਂ ਨੂੰ ਚਿੱਠੀ ਲਿਖੀ ਜਾਂਦੀ ਸੀ ਨਾ, ਉਹ ਚਿੱਠੀ ਲਿਖਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਬਾਦਸ਼ਾਹ ਦੀ ਸਿਫਤ ਲਿਖੀ ਜਾਂਦੀ ਸੀ ਕਿ ਤੂੰ ਸਾਡਾ ਪਰਵਤਗਾਰ ਹੈ, ਸਾਨੂੰ ਪਾਲਣ ਵਾਲਾ ਹੈ। ਬਾਦਸ਼ਾਹ ਦੀ ਸਿਫਤ ਵਿੱਚ ਲਿਖੀ ਜਾਂਦੀ ਸੀ। ਅਤੇ ਮੈਂ ਸੋਚਿਆ ਗੁਰੂ ਨਾਨਕ ਸਾਹਿਬ ਨੇ ਪਹਿਲੇ ਜਾਮੇ ਦੇ ਵਿੱਚ ਗੁਰਬਾਣੀ ਉਚਾਰਨ ਕੀਤੀ ਅਤੇ ਰੱਬ ਲਈ ਮੰਗਲਾਚਰਨ ਉਚਾਰਨ ਕੀਤਾ। 10ਵੇਂ ਜਾਮੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਣੀ ਉਚਾਰਨ ਕੀਤੀ, ਉਹਨਾਂ ਨੇ ਵੀ ਰੱਬ ਲਈ ਹੀ ਮੰਗਲਾਚਰਨ ਉਚਾਰਨ ਕੀਤਾ। ਅਤੇ ਇੱਥੋਂ ਤੱਕ ਗੁਰੂ ਗੋਬਿੰਦ ਸਿੰਘ ਜੀ ਨੇ ਜੇ ਕਿਸੇ ਬਾਦਸ਼ਾਹ ਨੂੰ ਵੀ ਚਿੱਠੀ ਲਿਖੀ, ਔਰੰਗਜ਼ੇਬ ਨੂੰ ਲਿਖਿਆ ਜ਼ਫਰਨਾਮਾ, ਅਤੇ ਮਹਾਰਾਜ ਨੇ ਉਹਦੀ ਸਿਫਤ ਵਿੱਚ ਕੋਈ ਮੰਗਲ ਨਹੀਂ ਲਿਖਿਆ। ਮਹਾਰਾਜ ਨੇ ਜੇ ਉੱਥੇ ਵੀ ਪ੍ਰਾਰੰਭਤਾ ਕੀਤੀ ਤੇ ਰੱਬ ਦੀ ਸਿਫਤ ਦੇ ਨਾਲ ਕੀਤੀ ਹੈ। ਕਮਾਲ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਿਕ ਰਿਹਾ ਕੁਨ ਰਹੀਮ। ਖੈਰ, ਸਭ ਤੋਂ ਪ੍ਰਥਮ ਜੋ ਹੈ ਉਹ ਇੱਕ ਓਅੰਕਾਰ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਇੱਕ ਓਅੰਕਾਰ ਤੋਂ ਪ੍ਰਾਰੰਭ ਹੁੰਦੀ ਹੈ। ਇਸ ਇੱਕ ਓਅੰਕਾਰ ਨੂੰ ਆਪਾਂ 3 ਹਿੱਸਿਆਂ 'ਚ ਵੰਡ ਕੇ ਸਮਝ ਸਕਦੇ ਹਾਂ। ਇਹਦੇ ਵਿੱਚ 3 ਤਰ੍ਹਾਂ ਦੀ ਵਿੱਦਿਆ ਗੁਰੂ ਨਾਨਕ ਸਾਹਿਬ ਨੇ ਵਰਤੀ ਹੈ। ਸਭ ਤੋਂ ਪਹਿਲਾਂ ਮੈਥ ਵਾਲਾ, ਗਿਣਤੀ ਵਾਲਾ ਅੰਕ 1 ਪਾਇਆ ਹੈ। ਉਸ ਤੋਂ ਬਾਅਦ ਅੱਖਰੀ ਵਿੱਦਿਆ ਹੈ ਭਾਸ਼ਾ ਵਾਲੀ, ਉਹਦੇ ਵਿੱਚ ਊੜੇ ਦਾ ਮੂੰਹ ਖੁੱਲ੍ਹਾ ਪਾਇਆ ਹੈ। ਇਹਨੂੰ ਇੰਜ ਕਹਿ ਲਈ ਵੀ ਊੜੇ ਦੇ ਉੱਪਰ ਹੋੜੇ ਵਾਲੀ ਮਾਤਰਾ ਹੈ। ਅਤੇ ਤੀਜੀ ਜਿਹੜੀ ਵਿੱਦਿਆ ਮਹਾਰਾਜ ਨੇ ਵਰਤੀ ਹੈ ਚਿੰਨ੍ਹ ਵਿੱਦਿਆ। ਆ ਜਿਹੜੀ ਲੰਬੀ ਜੀ ਲਕੀਰ ਹੈ ਨਾ, ਇਹ ਚਿੰਨ੍ਹ ਵਿੱਦਿਆ ਹੈ। ਇਸ ਲੰਬੀ ਲਕੀਰ ਨੂੰ ਕਾਰ ਕਹਿੰਦੇ ਨੇ। ਤੋ 3 ਹਿੱਸਿਆਂ 'ਚ ਬਣ ਗਿਆ, ਇੱਕ ਗਿਣਤੀ ਵਾਲਾ ਅੰਕ, ਫਿਰ ਊੜੇ ਦਾ ਮੂੰਹ ਖੁੱਲ੍ਹਾ, ਅਤੇ ਫਿਰ ਮਹਾਰਾਜ ਨੇ ਕਾਰ ਸ਼ਬਦ, ਇੱਕ ਚਿੰਨ੍ਹ ਭਾਸ਼ਾ ਵਰਤੀ ਹੈ। ਉਹਦਾ ਉੱਥੇ ਜੋ ਲੰਬੀ ਲਕੀਰ ਖਿੱਚੀ ਹੈ ਉਹਦਾ ਉਚਾਰਨ ਆਪਾਂ ਕਾਰ ਕਰਕੇ ਕਰਾਂਗੇ। ਇਹਦਾ ਉਚਾਰਨ ਇੰਜ ਬਣੂਗਾ, ਇੱਕ ਓਅੰਕਾਰ। ਇਹਨੂੰ ਓਮਕਾਰ, ਓਂਕਾਰ ਜਾਂ ਹੋਰ ਤਰ੍ਹਾਂ ਨਹੀਂ ਪੜ੍ਹਨਾ, ਇਹਨੂੰ ਇੱਕ ਓਅੰ, ਊੜੇ ਨੂੰ ਹੋੜਾ, ਐੜੇ ਨੂੰ ਟਿੱਪੀ, ਓਅੰ, ਫਿਰ ਕਾਰ ਪੜ੍ਹਨਾ। ਇਸ ਤਰ੍ਹਾਂ ਇਹਦਾ ਉਚਾਰਨ ਕਰਨਾ ਹੈ। ਇਹਦਾ ਅਰਥ ਹੈ ਕਿ ਪਰਮਾਤਮਾ ਇੱਕ ਹੈ। ਹੁਣ ਤੁਸੀਂ ਦੇਖੋ ਕਮਾਲ ਦੀ ਗੱਲ, ਮਹਾਰਾਜ ਨੇ ਇਸ ਊੜੇ ਦੇ ਅੱਗੇ, ਊੜੇ ਦਾ ਜਿਹੜਾ ਮੂੰਹ ਖੁੱਲ੍ਹਾ ਹੈ, ਉਹਦੇ ਜੇ ਪਿੱਛੇ ਪਛੇਤਰ ਦੇ ਤੌਰ 'ਤੇ ਕਾਰ ਲਾਇਆ, ਅਤੇ ਉਹਦੇ ਅੱਗੇ ਬਿਲਕੁਲ ਮਹਾਰਾਜ ਨੇ ਗਿਣਤੀ ਵਾਲਾ ਏਕਾ ਪਾਇਆ ਹੈ। ਕਿਉਂਕਿ ਭਾਸ਼ਾ ਦੀ ਗੱਲ ਕਰੀਏ ਤਾਂ ਬੜੇ ਅਰਥ ਕੱਢ ਲਏ ਜਾਂਦੇ ਨੇ, ਓਅੰਕਾਰ ਦੇ ਬੜੇ ਅਰਥ ਕੱਢੇ ਗਏ। ਕਿਸੇ ਨੇ ਇਹ ਵੀ ਕਹਿ ਦਿੱਤਾ ਕਿ ਇਹਦਾ ਅਰਥ ਹੈ ਕਿ ਉਹ 3 ਹਸਤੀਆਂ ਹੈ ਉਹਦੀਆਂ, ਇੱਕ ਸੰਸਾਰ ਨੂੰ ਬਣਾਉਣ ਵਾਲਾ ਬ੍ਰਹਮਾ ਜੀ, ਇੱਕ ਪਾਲਣਾ ਕਰਨ ਵਾਲਾ ਵਿਸ਼ਨੂੰ ਜੀ, ਅਤੇ ਇੱਕ ਮੌਤ ਦੇਣ ਵਾਲਾ ਸ਼ਿਵ ਜੀ। ਪਰ ਗੁਰੂ ਸਾਹਿਬ ਨੇ ਗਿਣਤੀ ਵਾਲਾ ਅੰਕ ਇਸ ਕਰਕੇ ਪਾ ਦਿੱਤਾ ਕਿ ਭਾਈ ਓਅੰਕਾਰ ਦੇ ਅਰਥ ਵੱਖ-ਵੱਖ ਨਾ ਕਰਿਓ। ਓਅੰਕਾਰ ਦਾ ਅਰਥ ਹੈ ਕਿ ਪਰਮਾਤਮਾ ਇੱਕ ਹੀ ਹੈ, ਉਹ ਕੋਈ 3 ਰੂਪਾਂ ਦੇ ਵਿੱਚ ਨਹੀਂ ਮਿਲਦਾ। ਉਹੀ ਸ੍ਰਿਸ਼ਟੀ ਨੂੰ ਸਿਰਜਦਾ ਹੈ, ਉਹੀ ਸ੍ਰਿਸ਼ਟੀ ਦੀ ਪਾਲਣਾ ਕਰਦਾ ਹੈ, ਇੱਕ ਹੀ ਸ੍ਰਿਸ਼ਟੀ ਦਾ ਵਿਨਾਸ਼ ਕਰਦਾ ਹੈ। ਇਹ ਨਹੀਂ ਵੀ ਉਤਪਤੀ ਕੋਈ ਬ੍ਰਹਮਾ ਕਰਦਾ ਹੈ, ਪਾਲਣਾ ਕੋਈ ਹੋਰ ਕਰਦਾ ਹੈ, ਅਤੇ ਮੌਤ ਕੋਈ ਹੋਰ ਦਿੰਦਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਇਹ ਸਭ ਕੁਛ ਕਰਨ ਵਾਲਾ ਇੱਕੋ ਹੀ ਪਰਮਾਤਮਾ ਹੈ, ਇੱਕ ਹੀ ਪਾਲਦਾ ਹੈ, ਇੱਕ ਹੀ ਸਾਜਦਾ ਹੈ, ਅਤੇ ਇੱਕ ਹੀ ਵਿਨਾਸ਼ ਕਰਦਾ ਹੈ। ਤੋ ਇੱਕ ਓਅੰਕਾਰ ਦਾ ਅਰਥ ਹੈ ਕਿ ਪਰਮਾਤਮਾ ਇੱਕ ਹੈ। ਅਤੇ ਜਿਹੜਾ ਪਿਛੇਤਰ ਲੱਗਾ ਹੈ ਕਾਰ, ਇਹਦਾ ਅਰਥ ਹੈ ਇੱਕ ਰਸ, ਭਾਵ ਪਰਮਾਤਮਾ ਇੱਕ ਵੀ ਹੈ ਅਤੇ ਉਹ ਇੱਕ ਰਸ ਵਿਆਪਕ ਹੈ। ਇੱਕ ਰਸ ਤੋਂ ਭਾਵ ਲਗਾਤਾਰ। ਇਹ ਨਹੀਂ ਵੀ ਇੱਥੇ ਹੈਗਾ ਏ ਅਤੇ ਅਗਲੇ ਸ਼ਹਿਰ 'ਚ ਜਾ ਕੇ ਉਹ ਨਹੀਂ ਹੈਗਾ, ਫਿਰ ਦੂਜੇ ਸ਼ਹਿਰ 'ਚ ਫਿਰ ਉਹ ਹੈਗਾ। ਨਹੀਂ ਨਹੀਂ, ਉਹ ਪਰਮਾਤਮਾ ਹਰ ਥਾਂ 'ਤੇ ਇੱਕ ਰਸ ਵਿਆਪਕ ਹੈ। ਇਹ ਨਹੀਂ ਵੀ ਪਹਿਲਾਂ ਹੁੰਦਾ ਸੀ ਅਤੇ ਆ ਥੋੜ੍ਹੇ ਜਿਹੇ ਸਮੇਂ ਪਹਿਲਾਂ ਉਹ ਨਹੀਂ ਸੀ ਹੈਗਾ ਅਤੇ ਹੁਣ ਫੇਰ ਆ ਗਿਆ, ਇੰਜ ਵੀ ਨਹੀਂ। ਸਮਾਂ ਕੋਈ ਵੀ ਹੋਵੇ, ਥਾਂ ਕੋਈ ਵੀ ਹੋਵੇ, ਉਹ ਪਰਮਾਤਮਾ ਇੱਕ ਰਸ ਵਿਆਪਕ ਹੈ। ਉਹ ਇੱਕ ਹੈ ਔਰ ਇੱਕ ਰਸ ਵਿਆਪਕ ਹੈ। ਸਤਨਾਮ। ਨਾਮ ਦਾ ਅਰਥ ਹੈ ਹੋਂਦ, ਸਤ ਦਾ ਅਰਥ ਹੈ ਕਿ ਉਹਦੀ ਹੋਂਦ ਸਦੀਵੀ ਹੈ। ਇੱਥੇ ਸੱਸਾ ਅਤੇ ਤੱਤੇ ਨੂੰ ਸਿਹਾਰੀ ਹੈ। 3 ਪ੍ਰਕਾਰ ਸਤ ਲਿਖਿਆ ਮਿਲਦਾ ਹੈ, ਇੱਕ ਸੱਸਾ ਅਤੇ ਤੱਤਾ ਮੁਕਤਾ। ਉੱਥੇ ਸਤ ਦਾ ਅਰਥ ਬਣੇਗਾ ਗਿਣਤੀ ਵਾਲਾ 7, 7।
ਤੇ ਜਿੱਥੇ ਸੱਸਾ ਤੇ ਤੱਤੇ ਨੂੰ ਔਂਕੜ ਮਿਲ ਜਾਵੇ ਉੱਥੇ ਸੱਤ ਦਾ ਅਰਥ ਬਣੇਗਾ ਉੱਚਾ ਆਚਰਣ, ਤੇ ਜਿੱਥੇ ਸੱਸਾ ਤੇ ਤੱਤੇ ਨੂੰ ਸਿਹਾਰੀ ਮਿਲ ਜਾਵੇ ਉੱਥੇ ਅਰਥ ਬਣੇਗਾ ਸਦੀਵੀ ਰਹਿਣ ਵਾਲਾ। ਇੱਥੇ ਸੱਸਾ ਤੇ ਤੱਤੇ ਨੂੰ ਸਿਹਾਰੀ ਹੈ ਤੇ ਸਤਿਨਾਮ ਦਾ ਅਰਥ ਬਣ ਗਿਆ ਕਿ ਉਸ ਪਰਮਾਤਮਾ ਦੀ ਜਿਹੜੀ ਹੋਂਦ ਹੈ ਉਹ ਸਦੀਵੀ ਹੈ। ਪਰਮਾਤਮਾ ਕਦੀ ਨਹੀਂ ਮਿਟਦਾ, ਉਹ ਸਦੀਵੀ ਹੋਂਦ ਵਾਲਾ ਹੈ। ਕਰਤਾ ਪੁਰਖ ਉਸ ਪਰਮਾਤਮਾ ਨੇ ਹੀ ਸਭ ਨੂੰ ਬਣਾਇਆ ਹੈ। ਕਰਤਾ ਦਾ ਅਰਥ ਹੈ ਸਭ ਨੂੰ ਬਣਾਉਣ ਵਾਲਾ। ਤੇ ਇਹ ਨਹੀਂ ਵੀ ਰੱਬ ਨੇ ਕੇਵਲ ਬਣਾ ਦਿੱਤਾ, ਜਿਹੜੀ ਵੀ ਚੀਜ਼ ਵਾਹਿਗੁਰੂ ਜੀ ਨੇ ਬਣਾ ਦਿੱਤੀ ਉਹਦੇ ਵਿੱਚ ਉਹ ਆਪ ਟਿਕਿਆ ਹੋਇਆ ਹੈ। ਜੇ ਵਾਹਿਗੁਰੂ ਨੇ ਰੁੱਖ ਬਣਾਏ, ਰੁੱਖਾਂ ਵਿੱਚ ਵੀ ਰਹਿੰਦਾ। ਇਹ ਨਹੀਂ ਵੀ ਬਣਾ ਕੇ ਉਹ ਹੋਰ ਥਾਂ ਤੇ ਰਹਿਣ ਲੱਗ ਗਿਆ, ਨਹੀਂ। ਰੱਬ ਨੇ ਜਿੰਨੀ ਵੀ ਸ੍ਰਿਸ਼ਟੀ ਬਣਾਈ ਹੈ ਉਹਦੇ ਵਿੱਚ ਟਿਕਿਆ ਹੈ, ਉਹਦੇ ਤੋਂ ਵੱਖਰਾ ਨਹੀਂ ਹੈ, ਪਰ ਉਹਦੇ ਵਿੱਚ ਰਹਿ ਕੇ ਵੀ ਉਹ ਆਪਣੀ ਹੋਂਦ ਵਾਲਾ ਹੈ। ਉਸ ਨੇ ਰੁੱਖ ਬਣਾਏ, ਰੁੱਖਾਂ ਦੇ ਵਿੱਚ ਉਹ ਆਪ ਟਿਕਿਆ ਹੈ। ਮਨੁੱਖ ਬਣਾਏ, ਮਨੁੱਖਾਂ ਦੇ ਵਿੱਚ ਉਹ ਆਪ ਟਿਕਿਆ ਹੈ। ਕਰਤਾ ਦਾ ਅਰਥ ਹੈ ਪਰਮਾਤਮਾ ਸਭ ਨੂੰ ਬਣਾਉਣ ਵਾਲਾ ਹੈ, ਤੇ ਪੁਰਖ ਦਾ ਅਰਥ ਹੈ ਕਿ ਉਹ ਸਰਬ ਵਿਆਪਕ ਹੈ। ਜਿਹੜੀ ਵੀ ਚੀਜ਼ ਉਹਨੇ ਬਣਾਈ ਉਹਦੇ ਵਿੱਚ ਟਿਕਿਆ ਹੋਇਆ ਹੈ। ਨਿਰਭਉ ਨਿਰਭਉ ਦਾ ਅਰਥ ਹੈ ਪਰਮਾਤਮਾ ਨੂੰ ਕਿਸੇ ਦਾ ਡਰ ਨਹੀਂ। ਭਉ ਦਾ ਅਰਥ ਹੁੰਦਾ ਡਰ, ਤੇ ਨਿਰਭਉ ਦਾ ਅਰਥ ਬਣ ਗਿਆ ਡਰ ਤੋਂ ਰਹਿਤ। ਉਹਨੂੰ ਕਿਸੇ ਤੋਂ ਡਰ ਨਹੀਂ ਲੱਗਦਾ। ਆਮ ਤੌਰ 'ਤੇ ਮਨੁੱਖ ਡਰਦਾ ਹੈ ਜਾਂ ਤਾਂ ਆਪਣੇ ਤੋਂ ਵੱਡੇ ਤੋਂ ਜਾਂ ਆਪਣੇ ਤੋਂ ਬਰਾਬਰ ਵਾਲੇ ਤੋਂ। ਵੱਡੇ ਤੋਂ ਇਸ ਕਰਕੇ ਡਰ ਲੱਗਦਾ ਕਿਉਂਕਿ ਉਹਦੇ ਕੋਲ ਤਾਕਤ ਜ਼ਿਆਦਾ ਹੈ, ਤੇ ਕਮਜ਼ੋਰ ਤਾਂ ਤਾਕਤਵਰ ਤੋਂ ਡਰੇਗਾ। ਤੇ ਬਰਾਬਰ ਵਾਲੇ ਤੋਂ ਡਰ ਇਸ ਕਰਕੇ ਲੱਗਦਾ ਵੀ ਕਿਤੇ ਇਹ ਮੇਰੀ ਥਾਂ ਨਾ ਲੈ ਲਵੇ, ਇਹ ਮੇਰੇ ਬਰਾਬਰ ਕੈਪੇਬਿਲਿਟੀ ਰੱਖਦਾ, ਜਿਹੜੀ ਕੁਰਸੀ ਤੇ ਮੈਂ ਬੈਠਾ ਕਿਤੇ ਉਸ ਕੁਰਸੀ ਦਾ ਮਾਲਕ ਇਹ ਨਾ ਬਣ ਜਾਵੇ, ਕਿਉਂਕਿ ਮੇਰੇ ਬਰਾਬਰ ਦੇ ਗੁਣ ਇਹ ਵੀ ਰੱਖਦਾ ਹੈ। ਇਸ ਕਰਕੇ ਮਨੁੱਖ ਉਹਦੇ ਤੋਂ ਵੀ ਡਰਦਾ ਹੈ। ਪਰ ਪਰਮਾਤਮਾ ਤਾਂ ਸਾਰਿਆਂ ਤੋਂ ਵੱਡਾ ਹੈ, ਨਾ ਤਾਂ ਉਹਦੇ ਤੋਂ ਕੋਈ ਵੱਡਾ ਹੈਗਾ ਹੈ, ਨਾ ਹੀ ਉਹਦੇ ਕੋਈ ਬਰਾਬਰ ਹੈਗਾ ਹੈ। ਇਸ ਕਰਕੇ ਜੇ ਉਹਦੇ ਤੋਂ ਕੋਈ ਵੱਡਾ ਹੀ ਨਹੀਂ ਹੈਗਾ, ਉਹ ਸਾਰਿਆਂ ਤੋਂ ਵੱਡਾ ਹੈ, ਉਹ ਡਰੇਗਾ ਵੀ ਫਿਰ ਕਿਹਦੇ ਤੋਂ? ਰੱਬ ਕਿਸੇ ਤੋਂ ਨਹੀਂ ਡਰਦਾ। ਨਿਰਭਉ ਦਾ ਅਰਥ ਹੈ ਵਾਹਿਗੁਰੂ ਜੀ ਨੂੰ ਕਿਸੇ ਦਾ ਡਰ ਨਹੀਂ ਹੈ। ਨਿਰਵੈਰ ਤੇ ਜੇ ਉਹ ਕਿਸੇ ਤੋਂ ਡਰਦਾ ਨਹੀਂ, ਉਹ ਕਿਸੇ ਨਾਲ ਵੈਰ ਵੀ ਨਹੀਂ ਪਾਉਂਦਾ। ਆਮ ਤੌਰ 'ਤੇ ਜਿਹੜਾ ਮਨੁੱਖ ਤਾਕਤਵਰ ਹੋਵੇਗਾ ਨਾ, ਉਹ ਆਪਣੇ ਛੋਟੇ ਤੋਂ ਨਹੀਂ ਡਰਦਾ, ਤੇ ਫਿਰ ਉਹਦੇ ਨਾਲ ਉਹ ਵੈਰ ਪਾ ਲੈਂਦਾ ਵੀ ਇਹ ਮੇਰੇ ਤੋਂ ਕਮਜ਼ੋਰ ਆ, ਫਿਰ ਉਹਦੇ 'ਤੇ ਜ਼ੁਲਮ ਕਰਦਾ, ਉਹਦੇ ਨਾਲ ਵੈਰ ਪਾ ਲੈਂਦਾ। ਪਰ ਇਹ ਨਹੀਂ ਵੀ ਜੇ ਰੱਬ ਕਿਸੇ ਤੋਂ ਡਰਦਾ ਨਹੀਂ ਤੇ ਕਿਸੇ ਨਾਲ ਵੈਰ ਪਾ ਲੈਂਦਾ, ਨਹੀਂ। ਜੇ ਉਹ ਕਿਸੇ ਤੋਂ ਡਰਦਾ ਨਹੀਂ, ਉਹ ਕਿਸੇ ਨਾਲ ਵੈਰ ਵੀ ਨਹੀਂ ਪਾਉਂਦਾ। ਜਾਂ ਦੂਜੇ ਪ੍ਰਕਾਰ ਲੋਕ ਉਹਦੇ ਨਾਲ ਵੀ ਵੈਰ ਪਾ ਲੈਂਦੇ ਨੇ ਜਿਹੜਾ ਉਹਦੇ ਬਰਾਬਰ ਹੋਵੇ। ਜਿਵੇਂ ਇੱਕ ਨੇਤਾ ਦੂਜੇ ਨੇਤਾ ਨਾਲ ਵੈਰ ਪਾ ਲੈਂਦਾ, ਕਿਉਂ? ਕਿਉਂਕਿ ਉਹਨੂੰ ਡਰ ਹੈ ਵੀ ਕਿਤੇ ਮੇਰੀ ਕੁਰਸੀ ਦਾ ਮਾਲਕ ਇਹ ਨਾ ਬਣ ਜਾਵੇ। ਇਸ ਕਰਕੇ ਉਹਦੇ ਨਾਲ ਵੈਰ ਪਾਉਂਦਾ ਹੈ, ਉਹਨੂੰ ਥੱਲੇ ਸੁੱਟਣ ਦੇ ਕਈ ਪੈਂਤੜੇ ਵਰਤਦਾ ਹੈ। ਹੁਣ ਰੱਬ ਦੇ ਬਰਾਬਰ ਤਾਂ ਕੋਈ ਹੈ ਹੀ ਨਹੀਂ, ਉਹਦੀ ਥਾਂ ਤਾਂ ਕੋਈ ਲੈ ਹੀ ਨਹੀਂ ਸਕਦਾ। ਇਸ ਕਰਕੇ ਉਹਨੇ ਵੈਰ ਵੀ ਕਿਹਦੇ ਨਾਲ ਪਾਉਣਾ ਹੈ? ਰੱਬ ਡਰਦਾ ਵੀ ਨਹੀਂ, ਉਹ ਕਿਸੇ ਨਾਲ ਵੈਰ ਵੀ ਨਹੀਂ ਪਾਉਂਦਾ, ਉਹ ਸਾਰਿਆਂ 'ਤੇ ਦਇਆ ਹੀ ਕਰਦਾ ਹੈ। ਅਕਾਲ ਮੂਰਤ ਅਕਾਲ ਦਾ ਅਰਥ ਹੈ ਕਿ ਵਾਹਿਗੁਰੂ ਜੀ ਸਮੇਂ 'ਚ ਨਹੀਂ ਆਉਂਦੇ। ਕਾਲ ਦਾ ਅਰਥ ਸਮਾਂ ਹੈ, ਅੱਗੇ ਐੜਾ ਲੱਗ ਗਿਆ। ਅਕਾਲ ਦਾ ਅਰਥ ਵਾਹਿਗੁਰੂ ਜੀ ਸਮੇਂ ਵਿੱਚ ਨਹੀਂ ਆਉਂਦੇ। ਤੇ ਮੂਰਤ ਦਾ ਅਰਥ ਹੈ ਕਿ ਉਹ ਹਸਤੀ ਵਾਲਾ ਹੈ। ਕਿਤੇ ਇਹ ਨਾ ਸਮਝ ਲਿਓ ਵੀ ਐਵੇਂ ਦੀ ਕੋਈ ਚੀਜ਼ ਹੁੰਦੀ ਹੈ ਵੀ ਜਿਹੜੀ ਸਮੇਂ 'ਚ ਵੀ ਨਹੀਂ ਆਉਂਦੀ, ਜਿਹੜਾ ਡਰਦਾ ਵੀ ਨਹੀਂ, ਜਿਹਨੂੰ ਕਿਸੇ ਨਾਲ ਵੈਰ ਵੀ ਨਹੀਂ, ਜਿਹੜਾ ਬਣਾ ਕੇ ਹਰ ਥਾਂ 'ਤੇ ਰਹਿੰਦਾ ਹੈ। ਐਵੇਂ ਦੀ ਕੋਈ ਚੀਜ਼ ਹੁੰਦੀ ਹੈ? ਗੁਰੂ ਨਾਨਕ ਸਾਹਿਬ ਕਹਿੰਦੇ ਉਹਨੂੰ ਕਲਪਨਾ ਨਾ ਸਮਝ ਲਿਓ, ਉਹਦੀ ਹਸਤੀ ਸੱਚਮੁੱਚ ਹੈਗੀ ਹੈ। ਮੂਰਤ ਦਾ ਅਰਥ ਹੈ ਕਿ ਉਹ ਹਸਤੀ ਵਾਲਾ ਹੈ, ਉਹ ਹਸਤੀ ਜਿਹੜੀ ਸਮੇਂ ਤੋਂ ਰਹਿਤ ਹੈ। ਅਜੂਨੀ ਅਜੂਨੀ ਤੋਂ ਭਾਵ ਉਹ ਜੂਨਾਂ ਦੇ ਵਿੱਚ ਨਹੀਂ ਆਉਂਦਾ, ਉਹ ਜੰਮਦਾ ਤੇ ਮਰਦਾ ਨਹੀਂ ਹੈ। ਸੈ ਭਉ ਫਿਰ ਉਹਨੂੰ ਕਿਹਨੇ ਬਣਾਇਆ ਹੈ? ਕੌਣ ਨੇ ਉਹਦੇ ਮਾਤਾ ਪਿਤਾ? ਗੁਰੂ ਸਾਹਿਬ ਕਹਿੰਦੇ ਉਹਦੇ ਮਾਤਾ ਪਿਤਾ ਕੋਈ ਵੀ ਨਹੀਂ, ਉਹਨੂੰ ਕਿਸੇ ਨੇ ਨਹੀਂ ਬਣਾਇਆ। ਸੈ ਭੰ ਦਾ ਅਰਥ ਹੈ ਕਿ ਪਰਮਾਤਮਾ ਆਪਣੇ ਆਪ ਤੋਂ ਹੀ ਬਣਿਆ ਹੈ, ਉਹ ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ ਹੈ। ਗੁਰ ਪ੍ਰਸਾਦ ਫਿਰ ਕਿਵੇਂ ਮਿਲਦਾ ਹੈ? ਜਿਹੜਾ ਪਰਮਾਤਮਾ ਇੱਕ ਹੈ, ਇੱਕ ਰਸ ਵਿਆਪਕ ਹੈ, ਜਿਹੜਾ ਕਿਸੇ ਤੋਂ ਡਰਦਾ ਨਹੀਂ, ਜਿਹੜਾ ਕਿਸੇ ਨਾਲ ਵੈਰ ਨਹੀਂ ਪਾਉਂਦਾ, ਜਿਹੜਾ ਸਮੇਂ ਵਿੱਚ ਨਹੀਂ ਆਉਂਦਾ, ਜਿਹੜਾ ਹਸਤੀ ਵਾਲਾ ਹੈ, ਜਿਹੜਾ ਜੂਨਾਂ ਵਿੱਚ ਨਹੀਂ ਆਉਂਦਾ, ਜਿਹੜਾ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ, ਉਹ ਪਰਮਾਤਮਾ ਫਿਰ ਕਿਵੇਂ ਮਿਲਦਾ ਹੈ? ਤੇ ਸਤਿਗੁਰੂ ਜੀ ਕਹਿੰਦੇ ਗੁਰ ਪ੍ਰਸਾਦ। ਪ੍ਰਸਾਦ ਦਾ ਅਰਥ ਹੈ ਕਿਰਪਾ। ਕਿਹਦੀ ਕਿਰਪਾ ਨਾਲ? ਗੁਰੂ ਦੀ ਕਿਰਪਾ ਨਾਲ। ਉਹ ਇੱਕ ਪਰਮਾਤਮਾ ਜਿਹੜਾ ਹੈ ਉਹ ਗੁਰੂ ਦੀ ਕਿਰਪਾ ਦੇ ਨਾਲ ਮਿਲਦਾ ਹੈ। ਇਹ ਮੰਗਲਾਚਰਨ ਹੈ। ਇਸ ਤੋਂ ਬਾਅਦ ਫਿਰ ਮਹਾਰਾਜ ਨੇ ਉਸ ਬਾਣੀ ਦਾ ਟਾਈਟਲ ਦਿੱਤਾ ਹੈ, ਹਾਂਜੀ ਅੱਗੋਂ ਉਚਾਰਨ ਕਰੋ ਜੀ। ਜਪ ਇਹ ਬਾਣੀ ਦਾ ਸਿਰਲੇਖ ਹੈ। ਮਹਾਰਾਜ ਨੇ ਇੱਥੇ ਸਿਰਲੇਖ ਦਿੱਤਾ ਹੈ ਜਪ।
ਤੇ ਅਸੀਂ ਸਤਿਕਾਰ ਦੇ ਨਾਲ ਫਿਰ ਪਿੱਛੋਂ ਜੀ ਲਾ ਦਿੰਨੇ ਆ ਤੇ ਸਾਹਿਬ ਵੀ ਲਾ ਦਿੰਨੇ ਆ, ਜਪ ਜੀ ਸਾਹਿਬ ਕਹਿ ਦਿੰਨੇ ਆ। ਇਤਿਹਾਸਕ ਗ੍ਰੰਥਾਂ ਦੇ ਵਿੱਚ ਇਹਨੂੰ ਜਪ ਨਿਸ਼ਾਨ ਵੀ ਦੱਸਿਆ, ਇੱਥੇ ਸਿਰਲੇਖ ਜਪ ਦਿੱਤਾ ਹੈ। ਤੋ ਇਹ ਬਾਣੀ ਦਾ ਸਿਰਲੇਖ ਹੈ। ਇਹਦੇ ਭਾਵ ਅਰਥਾਂ ਵੱਲ ਜਾਈਏ ਤੇ ਜਪ ਦਾ ਅਰਥ ਬਣਦਾ ਹੈ ਕਿ ਅਸੀਂ ਉਸ ਵਾਹਿਗੁਰੂ ਜੀ ਨੂੰ ਜਪੀਏ, ਉਹਨੂੰ ਯਾਦ ਕਰੀਏ, ਉਹਦਾ ਸਿਮਰਨ ਕਰੀਏ। ਫਿਰ ਅੱਗੋਂ ਮਹਾਰਾਜ ਜੀ ਫਿਰ ਬਾਣੀ ਜਿਹੜੀ ਉਚਾਰਦੇ ਨੇ ਉਹਦੇ ਵਿੱਚ ਪਹਿਲਾ ਸ਼ਲੋਕ ਜੋ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ, ਆਦ ਸੱਚ। ਸੱਚ ਦਾ ਅਰਥ ਹੈ ਉਹ ਹਸਤੀ ਜਿਹੜੀ ਸਦੀਵੀ ਰਹਿੰਦੀ ਹੈ। ਇੱਕ ਹੁੰਦਾ ਹੈ ਸੱਚ, ਦੂਜਾ ਹੁੰਦਾ ਹੈ ਝੂਠ। ਝੂਠ ਦਾ ਅਰਥ ਉਹ ਚੀਜ਼ ਜਿਹਨੇ ਬਿਨ ਸਜਾਣਾ ਹੈ। ਜਗਤ ਝੂਠ ਹੈ, ਪਰ ਜਿਹੜੀ ਚੀਜ਼ ਸਦੀਵੀ ਰਹਿਣ ਵਾਲੀ ਹੋਵੇ ਉਹਨੂੰ ਸੱਚ ਆਖਿਆ ਹੈ। ਉਹ ਹਸਤੀ ਜਿਹੜੀ ਸਦੀਵੀ ਹੈ, ਜਿਹੜੀ ਕੁਝ ਸਮੇਂ ਵਾਸਤੇ ਨਹੀਂ, ਉਹਨੂੰ ਸੱਚ ਆਖਿਆ ਹੈ। ਤੇ ਪਰਮਾਤਮਾ ਸਦੀਵੀ ਰਹਿਣ ਵਾਲਾ ਹੈ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਆਦ ਸੱਚ, ਉਹਦੀ ਹਸਤੀ ਆਦ ਤੋਂ, ਮੁੱਢ ਤੋਂ, ਸ਼ੁਰੂ ਤੋਂ ਹੀ ਉਹ ਪਰਮਾਤਮਾ ਸੱਚ ਹੈ। ਜੁਗਾਦ ਸੱਚ। ਜਦੋਂ ਯੁੱਗ ਬਣੇ, ਧਰਤੀ ਬਣੀ, ਬ੍ਰਹਿਮੰਡ ਬਣੇ, ਪਰਮਾਤਮਾ ਉਦੋਂ ਵੀ ਸੱਚ ਹੈ। ਹੈ ਭੀ ਸੱਚ। ਹੈ ਭੀ, ਹੁਣ ਵੀ ਉਹ ਪਰਮਾਤਮਾ ਹੁਣ ਵੀ ਸੱਚ ਹੈ। ਨਾਨਕ ਹੋਸੀ ਭੀ ਸੱਚ। ਤੇ ਉਹ ਪਰਮਾਤਮਾ ਅੱਗੇ ਵੀ ਸੱਚ ਰਹੇਗਾ, ਉਹ ਕਦੀ ਮਿਟੇਗਾ ਨਹੀਂ। ਤੋ ਇੱਥੋਂ ਤੱਕ ਆਪਾਂ ਜਿਹੜੇ ਵਿਚਾਰ ਕੀਤੇ ਆ, ਕਿਉਂਕਿ ਸਮਾਂ ਹੋ ਗਿਆ। ਅੱਜ ਥੋੜ੍ਹੀ ਜਿਹੀ ਮੈਨੂੰ ਡਿਟੇਲ ਦੇਣੀ ਪਈ ਕਿਉਂਕਿ ਕਥਾ ਪ੍ਰਾਰੰਭ ਕਰਨੀ ਸੀ, ਭੂਮਿਕਾ ਦੱਸਣੀ ਜ਼ਰੂਰੀ ਸੀ। ਉਹ ਵੀ ਟੂਕ ਮਾਤਰ ਸੰਖੇਪ ਰੂਪ ਦੇ ਵਿੱਚ ਦੱਸੀ ਹੈ। ਇਸ ਤੋਂ ਬਾਅਦ ਜਿਹੜੀ ਵਿਚਾਰ ਕਰਾਂਗੇ ਸਾਧ ਸੰਗਤ ਕੱਲ੍ਹ ਤੋਂ, ਉਹਦੇ ਫਿਰ ਆਪਾਂ ਟੂਕ ਮਾਤਰ ਅੱਖਰੀ ਅਰਥ ਹੀ ਕਰਿਆ ਕਰਾਂਗੇ। ਕਿਤੇ ਅੱਖਰੀ ਅਰਥਾਂ ਤੋਂ ਜਿਹੜਾ ਬਿਲਕੁਲ ਸਪਸ਼ਟ ਨਾ ਹੋ ਰਹੇ ਹੋਣ ਅਰਥ, ਉੱਥੇ ਥੋੜ੍ਹਾ ਜਿਹਾ ਭਾਵ ਜ਼ਰੂਰ ਦੱਸਿਆ ਕਰਾਂਗੇ, ਪਰ ਜ਼ਿਆਦਾਤਰ ਆਪਾਂ ਅੱਖਰੀ ਅਰਥ ਕਰਾਂਗੇ। ਕੱਲ੍ਹ ਨੂੰ ਫਿਰ ਇਸ ਤੋਂ ਜਿਹੜੀ ਪਹਿਲੀ ਪੌੜੀ ਪ੍ਰਾਰੰਭ ਹੁੰਦੀ ਹੈ, ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ, ਇਹ ਜਪਜੀ ਸਾਹਿਬ ਦੀ ਪਹਿਲੀ ਪੌੜੀ ਇੱਥੋਂ ਪ੍ਰਾਰੰਭ ਹੁੰਦੀ ਹੈ। ਇਹਦੀ ਵਿਚਾਰ ਫਿਰ ਆਪਾਂ ਕੱਲ੍ਹ ਤੋਂ ਪ੍ਰਾਰੰਭ ਕਰਾਂਗੇ। ਅੱਜ ਵਿਚਾਰ ਕਰਦੇ ਹਾਂ, ਬੇਅੰਤ ਭੁੱਲਾਂ ਹੋਈਆਂ ਨੇ, ਸਤਿਗੁਰੂ ਜੀ ਬਖਸ਼ਿੰਦ ਹਨ। ਸਤਿਗੁਰੂ ਜੀ ਬਖਸ਼ ਲੈਣਾ, ਪੂਰਨ ਆਨੰਦ ਬਖਸ਼ ਕੇ ਆਪ ਹੀ ਨਿਰਵਿਘਨਤਾ ਸਹਿਤ ਇਹ ਕਥਾ ਕਰਾ ਲਿਓ। ਕੱਲ੍ਹ ਨੂੰ ਵੀ ਇਸੇ ਤਰ੍ਹਾਂ ਆਨੰਦ ਵਿੱਚ ਜੋੜਿਓ। ਹੋਈਆਂ ਬੇਅੰਤ ਭੁੱਲਾਂ ਖਿਮਾ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।